ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਪੰਜਾਬ ਪੋਲੀਟਿਕਸ ਜੀਕੇ 500 ਕੁਐਸਚਨ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ। ਇਸ ਵਿੱਚ ਆਪਾਂ ਇੰਪੋਰਟੈਂਟ 500 ਕੁਐਸਚਨ ਜੋ ਕਿ ਪੰਜਾਬ ਪੁਲਿਸ ਦੇ ਐਗਜ਼ਾਮ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਨੇ ਉਹਨਾਂ ਨੂੰ ਵਿਆਖਿਆ ਸਹਿਤ ਸਮਝਣ ਦੀ ਕੋਸ਼ਿਸ਼ ਕਰਾਂਗੇ, ਨਾ ਕਿ ਰੱਟਣ ਦੀ। ਇੱਕ ਇੱਕ ਕੁਐਸਚਨ ਨੂੰ ਸਮਝ ਕੇ ਅੱਗੇ ਵਧਾਂਗੇ। ਚਲੋ ਸ਼ੁਰੂ ਕਰਦੇ ਹਾਂ। ਪ੍ਰਸ਼ਨ ਨੰਬਰ ਪਹਿਲਾ, ਭਾਰਤੀ ਸੰਵਿਧਾਨ ਦੇ ਕਿਹੜੇ ਹਿੱਸੇ ਵਿੱਚ ਭਾਰਤ ਦੇ ਕੰਟਰੋਲਰ ਅਤੇ ਆਡੀਟਰ ਜਨਰਲ ਦਾ ਜ਼ਿਕਰ ਹੈ? A 148, B 156, C 280, D 352। ਤਾਂ ਇਸ ਦਾ ਜੋ ਆਨਸਰ ਹੈ ਉਹ ਹੈ ਆਨਸਰ A 148। ਪ੍ਰਸ਼ਨ ਨੰਬਰ 2, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਅਨੁਸਾਰ ਅੰਤਮ ਸ਼ਕਤੀ ਡੈਸ਼ ਦੇ ਹੱਥਾਂ ਵਿੱਚ ਹੈ? A ਸੰਸਦ, B ਪ੍ਰਧਾਨ, C ਸੰਵਿਧਾਨ ਸਭਾ ਜਾਂ D ਲੋਕ। ਤਾਂ ਇਸ ਦਾ ਜੋ ਆਨਸਰ ਹੈ ਉਹ ਹੈ ਆਨਸਰ D ਲੋਕ। ਪ੍ਰਸ਼ਨ ਨੰਬਰ 3, ਭਾਰਤੀ ਨਾਗਰਿਕਤਾ ਨਾਲ ਸੰਬੰਧਿਤ ਕਾਨੂੰਨਾਂ ਨੂੰ ਸੋਧਣ ਲਈ ਹੇਠ ਲਿਖੇ ਵਿੱਚੋਂ ਕਿਹੜਾ ਜ਼ਿੰਮੇਵਾਰ ਹੈ? A ਪ੍ਰਧਾਨ ਮੰਤਰੀ, B ਰਾਸ਼ਟਰਪਤੀ, C ਸੰਸਦ, D ਸੁਪਰੀਮ ਕੋਰਟ। ਤਾਂ ਇਸ ਦਾ ਜੋ ਆਨਸਰ ਹੈ ਉਹ ਆਨਸਰ ਹੈ ਆਨਸਰ C ਸੰਸਦ। ਪ੍ਰਸ਼ਨ ਨੰਬਰ 4, ਰਾਜ ਸਭਾ ਦੀ ਸਥਾਪਨਾ ਡੈਸ਼ ਨੂੰ ਹੋਈ ਸੀ? A 1 ਜਨਵਰੀ 1948, B 10 ਜਨਵਰੀ 1950, C 3 ਅਪ੍ਰੈਲ 1952, D 3 ਜੁਲਾਈ 1956। ਤਾਂ ਇਸ ਦਾ ਜੋ ਆਨਸਰ ਹੈ ਉਹ ਹੈ ਆਨਸਰ C 3 ਅਪ੍ਰੈਲ 1952। ਪ੍ਰਸ਼ਨ ਨੰਬਰ 5, ਹੇਠ ਲਿਖਿਆਂ ਵਿੱਚੋਂ ਕਿਹੜੀ ਕਮੇਟੀ ਨੇ ਪੰਚਾਇਤੀ ਰਾਜ ਪ੍ਰਣਾਲੀ ਦੀ ਸਥਾਪਨਾ ਦੀ ਸਿਫਾਰਿਸ਼ ਕੀਤੀ? A ਕਿਰਨ ਸਿਲਵਾ ਕਮੇਟੀ, B ਖੱਟਰ ਕਮੇਟੀ, C ਬਲਵੰਤ ਰਾਏ ਮਹਿਤਾ ਕਮੇਟੀ, D ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਸ ਦਾ ਜੋ ਆਨਸਰ ਹੈ ਉਹ ਹੈ ਆਨਸਰ C ਬਲਵੰਤ ਰਾਏ ਮਹਿਤਾ ਕਮੇਟੀ। ਪ੍ਰਸ਼ਨ ਨੰਬਰ 6, ਹੇਠ ਲਿਖੇ ਵਿੱਚ ਕੌਣ ਰਾਸ਼ਟਰਪਤੀ ਅਤੇ ਮੰਤਰੀ ਮੰਡਲ ਵਿਚਕਾਰ ਸੰਚਾਰ ਦੇ ਮਾਧਿਅਮ ਵਜੋਂ ਕੰਮ ਕਰਦਾ ਹੈ? A ਲੋਕ ਸਭਾ ਦਾ ਸਪੀਕਰ, B ਰਾਜ ਸਭਾ ਦੇ ਚੇਅਰਮੈਨ, C ਉਪ ਰਾਸ਼ਟਰਪਤੀ, D ਪ੍ਰਧਾਨ ਮੰਤਰੀ। ਤਾਂ ਇਸ ਦਾ ਜੋ ਆਨਸਰ ਹੈ ਉਹ ਹੈ ਆਨਸਰ D ਪ੍ਰਧਾਨ ਮੰਤਰੀ। ਪ੍ਰਸ਼ਨ ਨੰਬਰ 7, ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜ ਪੰਚਾਇਤੀ ਰਾਜ ਪ੍ਰਣਾਲੀ ਦੀ ਪਾਲਣਾ ਨਹੀਂ ਕਰਦਾ? A ਰਾਜਸਥਾਨ, B ਅਸਾਮ, C ਤ੍ਰਿਪੁਰਾ, D ਮਿਜ਼ੋਰਮ। ਤਾਂ ਇਸ ਦਾ ਜੋ ਆਨਸਰ ਹੈ ਆਨਸਰ D ਮਿਜ਼ੋਰਮ। ਪ੍ਰਸ਼ਨ ਨੰਬਰ 8, ਹੇਠ ਲਿਖੀਆਂ ਸੰਸਥਾਵਾਂ ਵਿੱਚੋਂ ਕਿਸ ਨੂੰ ਮੌਲਿਕ ਅਧਿਕਾਰਾਂ ਦਾ ਸਰਪ੍ਰਸਤ ਮੰਨਿਆ ਜਾਂਦਾ ਹੈ? A ਨਿਆਂਪਾਲਿਕਾ, B ਸੰਸਦ, C ਸੱਤਾਧਾਰੀ ਪਾਰਟੀ, D ਦੋਵੇਂ A ਅਤੇ B। ਤਾਂ ਇਸ ਦਾ ਜੋ ਆਨਸਰ ਹੈ ਉਹ ਆਨਸਰ A ਨਿਆਂਪਾਲਿਕਾ ਹੈ। ਪ੍ਰਸ਼ਨ ਨੰਬਰ 9, ਦਿੱਲੀ ਦੀ ਵਿਧਾਨ ਸਭਾ ਸਿਰਫ ਡੈਸ਼ A ਭੂਮੀ, B ਪੁਲਿਸ ਤੇ ਕਾਨੂੰਨ ਬਣਾ ਸਕਦੀ ਹੈ, C ਜਨਤਕ, D ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਸ ਦਾ ਜੋ ਆਨਸਰ ਹੈ ਉਹ ਆਨਸਰ C ਜਨਤਕ ਹੈ। ਪ੍ਰਸ਼ਨ ਨੰਬਰ 10, ਹੇਠ ਲਿਖਿਆਂ ਵਿੱਚੋਂ ਕੌਣ ਸੰਵਿਧਾਨ ਅਤੇ ਕਾਨੂੰਨ ਨੂੰ ਨਾਲੋਂ ਨਾਲ ਕਾਇਮ ਰੱਖਣ ਦੀ ਸਹੁੰ ਚੁੱਕਦਾ ਹੈ? A ਭਾਰਤ ਦੇ ਚੀਫ ਜਸਟਿਸ, B ਰਾਸ਼ਟਰਪਤੀ, C ਪ੍ਰਧਾਨ ਮੰਤਰੀ, D ਰਾਜ ਦਾ ਰਾਜਪਾਲ। ਤਾਂ ਇਸ ਦਾ ਜੋ ਆਨਸਰ ਹੈ ਆਨਸਰ A ਭਾਰਤ ਦੇ ਚੀਫ ਜਸਟਿਸ। ਪ੍ਰਸ਼ਨ ਨੰਬਰ 11, ਕਿਹੜੀ ਹਾਈ ਕੋਰਟ ਵਿੱਚ ਸਭ ਤੋਂ ਵੱਧ ਬੈਂਚ ਹਨ? A ਇਲਾਹਾਬਾਦ ਹਾਈ ਕੋਰਟ, B ਮੁੰਬਈ ਹਾਈ ਕੋਰਟ, C ਗੁਹਾਟੀ ਹਾਈ ਕੋਰਟ, D ਪਟਨਾ ਹਾਈ ਕੋਰਟ। ਤਾਂ ਇਸ ਦਾ ਜੋ ਆਨਸਰ ਹੈ ਉਹ ਆਨਸਰ C ਗੁਹਾਟੀ ਹਾਈ ਕੋਰਟ ਹੈ। ਪ੍ਰਸ਼ਨ ਨੰਬਰ 12, ਹੇਠ ਲਿਖਿਆਂ ਵਿੱਚੋਂ ਕਿਹੜਾ ਮੌਲਿਕ ਅਧਿਕਾਰ ਜਬਰੀ ਮਜ਼ਦੂਰੀ ਅਤੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਰੱਖਿਆ ਕਰਦਾ ਹੈ? A ਸਮਾਨਤਾ ਦਾ ਅਧਿਕਾਰ, B ਆਜ਼ਾਦੀ ਦਾ ਅਧਿਕਾਰ, C ਸ਼ੋਸ਼ਣ ਦਾ ਅਧਿਕਾਰ, D ਧਰਮ ਦਾ ਅਧਿਕਾਰ। ਤਾਂ ਇਸ ਦਾ ਜੋ ਆਨਸਰ ਹੈ ਆਨਸਰ C ਸ਼ੋਸ਼ਣ ਦਾ ਅਧਿਕਾਰ ਹੈ। ਪ੍ਰਸ਼ਨ ਨੰਬਰ 13, ਐਮਰਜੈਂਸੀ ਦੀ ਸਥਿਤੀ ਵਿੱਚ ਹੇਠਾਂ ਦਿੱਤੇ ਲੇਖਾਂ ਵਿੱਚੋਂ ਕਿਸ ਨੂੰ ਕਿਸੇ ਵੀ ਕ੍ਰਮ ਵਿੱਚ ਮੁਅੱਤਲ ਨਹੀਂ ਕੀਤਾ ਜਾ ਸਕਦਾ? A ਧਾਰਾ 15 ਅਤੇ B ਧਾਰਾ 17, C ਧਾਰਾ 32, D ਧਾਰਾ 20 ਅਤੇ 21। ਤਾਂ ਇਸ ਦਾ ਜੋ ਆਨਸਰ ਹੈ ਆਨਸਰ D ਧਾਰਾ 20 ਅਤੇ 21 ਹੈ। ਪ੍ਰਸ਼ਨ ਨੰਬਰ 14, ਹੇਠ ਲਿਖੀਆਂ ਸੰਸਥਾਵਾਂ ਵਿੱਚੋਂ ਕਿਹੜੀ ਸੰਸਥਾ ਰਾਜ ਵਿਧਾਨ ਸਭਾ ਚੋਣਾਂ ਕਰਵਾਉਂਦੀ ਹੈ? A ਰਾਜ ਚੋਣ ਕਮਿਸ਼ਨ, B ਭਾਰਤ ਦਾ ਚੋਣ ਕਮਿਸ਼ਨ, C ਰਾਸ਼ਟਰਪਤੀ ਚੋਣ, D ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਸ ਦਾ ਜੋ ਆਨਸਰ ਹੈ ਆਨਸਰ B ਭਾਰਤ ਦਾ ਚੋਣ ਕਮਿਸ਼ਨ ਹੈ। ਪ੍ਰਸ਼ਨ ਨੰਬਰ 15, ਸਿੱਕਿਮ ਨੂੰ ਡੈਸ਼ ਸੋਧ ਦੇ ਤਹਿਤ ਭਾਰਤ ਦਾ 69ਵਾਂ ਅੰਗ ਬਣਾਇਆ ਗਿਆ ਸੀ? A 28ਵਾਂ, B 36ਵਾਂ, C 38ਵਾਂ, D ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਸ ਦਾ ਜੋ ਆਨਸਰ ਹੈ ਆਨਸਰ B 36ਵਾਂ ਹੈ। ਪ੍ਰਸ਼ਨ ਨੰਬਰ 16, ਇਹਨਾਂ ਵਿੱਚੋਂ ਕਿਸ ਦੇਸ਼ ਨੇ ਦੋਹਰੀ ਨਾਗਰਿਕਤਾ ਦੀ ਨੀਤੀ ਨੂੰ ਸਵੀਕਾਰ ਕੀਤਾ? A ਫਰਾਂਸ, B ਭਾਰਤ, C ਚੀਨ, D ਅਮਰੀਕਾ। ਤਾਂ ਇਸ ਦਾ ਜੋ ਆਨਸਰ ਹੈ ਆਨਸਰ D ਅਮਰੀਕਾ ਹੈ। ਪ੍ਰਸ਼ਨ ਨੰਬਰ 17, ਭਾਰਤੀ ਸੰਵਿਧਾਨ ਦੇ ਪੰਨਿਆਂ ਨੂੰ ਇਹਨਾਂ ਦੁਆਰਾ ਸਜਾਇਆ ਗਿਆ ਸੀ? A ਰਾਮ ਮਨੋਹਰ ਸਿਨਹਾ, B ਨੰਦ ਲਾਲ ਬੋਸ, C B R ਅੰਬੇਡਕਰ, D ਦੋਵੇਂ A ਅਤੇ B। ਤਾਂ ਇਸ ਦਾ ਜੋ ਆਨਸਰ ਹੈ ਆਨਸਰ B ਨੰਦ ਲਾਲ ਬੋਸ ਹੈ।
ਪ੍ਰਸ਼ਨ ਨੰਬਰ 18 ਹੇਠ ਲਿਖਿਆਂ ਵਿੱਚੋਂ ਕੌਣ ਸੰਸਦ ਦੇ ਸੈਸ਼ਨ ਵਿੱਚ ਬਿਨਾਂ ਕਿਸੇ ਮੈਂਬਰਸ਼ਿਪ ਦੇ ਭਾਗ ਲੈ ਸਕਦਾ ਹੈ? ਏ ਭਾਰਤ ਦੇ ਰਾਸ਼ਟਰਪਤੀ, ਬੀ ਭਾਰਤ ਦੇ ਚੀਫ ਜਸਟਿਸ, ਸੀ ਭਾਰਤ ਦਾ ਅਟਾਰਨੀ ਜਨਰਲ, ਡੀ ਕੈਗ। ਤਾਂ ਇਸ ਦਾ ਜੋ ਆਨਸਰ ਹੈ ਆਨਸਰ ਸੀ ਭਾਰਤ ਦੇ ਅਟਾਰਨੀ ਜਨਰਲ। ਪ੍ਰਸ਼ਨ ਨੰਬਰ 19 ਡੈਸ਼ ਰਾਜਾਂ ਦੀ ਵੱਧ ਤੋਂ ਵੱਧ ਸੰਖਿਆ ਨੂੰ ਨਿਯੰਤਰਿਤ ਕਰਦਾ ਹੈ? ਏ ਚੇਨਈ ਹਾਈ ਕੋਰਟ, ਬੀ ਕੋਲਕਾਤਾ ਹਾਈ ਕੋਰਟ, ਸੀ ਦਿੱਲੀ ਹਾਈ ਕੋਰਟ, ਡੀ ਮੁੰਬਈ ਹਾਈ ਕੋਰਟ। ਤਾਂ ਇਸ ਦਾ ਜੋ ਆਨਸਰ ਹੈ ਆਨਸਰ ਡੀ ਮੁੰਬਈ ਹਾਈ ਕੋਰਟ ਹੈ। ਪ੍ਰਸ਼ਨ ਨੰਬਰ 20 ਰਾਜਾਂ ਦੇ ਮੁੱਖ ਮੰਤਰੀ ਇਸ ਦੇ ਮੈਂਬਰ ਹਨ? ਏ ਨੀਤੀ ਆਯੋਗ, ਬੀ ਵਿੱਤ ਕਮਿਸ਼ਨ, ਸੀ ਰਾਸ਼ਟਰੀ ਵਿਕਾਸ ਕੌਂਸਲ, ਡੀ ਚੋਣ ਕਮਿਸ਼ਨ। ਤਾਂ ਇਸ ਦਾ ਜੋ ਆਨਸਰ ਹੈ ਆਨਸਰ ਸੀ ਰਾਸ਼ਟਰੀ ਵਿਕਾਸ ਕੌਂਸਲ। ਪ੍ਰਸ਼ਨ ਨੰਬਰ 21 ਹੇਠ ਲਿਖੀਆਂ ਸ਼ਖਸੀਅਤਾਂ ਵਿੱਚੋਂ ਕਿਸ ਨੇ ਭਾਰਤੀ ਸੰਵਿਧਾਨ ਵਿੱਚ ਇੱਕ ਪ੍ਰਸਤਾਵਨਾ ਦੇ ਵਿਚਾਰ ਦਾ ਸੁਝਾਅ ਦਿੱਤਾ? ਏ ਮਹਾਤਮਾ ਗਾਂਧੀ, ਬੀ ਲਾਰਡ ਮਾਊਂਟਬੈਟਨ, ਸੀ ਬੀ ਆਰ ਅੰਬੇਡਕਰ, ਡੀ ਜਵਾਹਰ ਲਾਲ ਨਹਿਰੂ। ਤਾਂ ਇਸ ਦਾ ਜੋ ਆਨਸਰ ਹੈ ਆਨਸਰ ਡੀ ਜਵਾਹਰ ਲਾਲ ਨਹਿਰੂ ਹੈ। ਪ੍ਰਸ਼ਨ ਨੰਬਰ 22 ਕਿਸ ਸਾਲ ਸੰਵਿਧਾਨਕ ਅਸੈਂਬਲੀ ਨੇ ਸਾਡੇ ਰਾਸ਼ਟਰੀ ਝੰਡੇ ਦੇ ਡਿਜ਼ਾਈਨ ਨੂੰ ਮਨਜ਼ੂਰੀ ਦਿੱਤੀ? ਏ 1946, ਬੀ 1947, ਸੀ 1948, ਡੀ 1949। ਤਾਂ ਇਸ ਦਾ ਜੋ ਆਨਸਰ ਹੈ ਬੀ 1947 ਹੈ। ਪ੍ਰਸ਼ਨ ਨੰਬਰ 23 ਕਿਹੜੇ ਸਾਲਾਂ ਦੀ ਚੋਣਾਂ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਨੇ ਪਹਿਲੀ ਵਾਰ ਸੰਸਦ ਵਿੱਚ ਆਪਣਾ ਬਹੁਮਤ ਗੁਆ ਦਿੱਤਾ? ਏ 1975, ਬੀ 1976, ਸੀ 1977, ਡੀ 1978। ਤਾਂ ਇਸ ਦਾ ਜੋ ਆਨਸਰ ਹੈ ਆਨਸਰ ਸੀ 1977 ਹੈ। ਪ੍ਰਸ਼ਨ ਨੰਬਰ 24 ਕਿਹੜੀ ਹਾਈ ਕੋਰਟ ਵਿੱਚ ਜੱਜਾਂ ਦੀ ਸਭ ਤੋਂ ਵੱਧ ਗਿਣਤੀ ਹੈ? ਏ ਇਲਾਹਾਬਾਦ ਹਾਈ ਕੋਰਟ, ਬੀ ਪਟਨਾ ਹਾਈ ਕੋਰਟ, ਸੀ ਦਿੱਲੀ ਹਾਈ ਕੋਰਟ, ਡੀ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਸ ਦਾ ਜੋ ਆਨਸਰ ਹੈ ਆਨਸਰ ਏ ਇਲਾਹਾਬਾਦ ਹਾਈ ਕੋਰਟ ਹੈ। ਪ੍ਰਸ਼ਨ ਨੰਬਰ 25 ਲੋਕ ਸਭਾ ਸਪੀਕਰ ਆਪਣਾ ਅਸਤੀਫਾ ਡੈਸ਼ ਨੂੰ ਸੌਂਪਦਾ ਹੈ? ਏ ਰਾਸ਼ਟਰਪਤੀ, ਬੀ ਡਿਪਟੀ ਸਪੀਕਰ, ਸੀ ਉਪ ਪ੍ਰਧਾਨ, ਡੀ ਇਹ ਸਾਰੇ। ਤਾਂ ਇਸ ਦਾ ਜੋ ਆਨਸਰ ਹੈ ਆਨਸਰ ਬੀ ਡਿਪਟੀ ਸਪੀਕਰ ਹੈ। ਪ੍ਰਸ਼ਨ ਨੰਬਰ 26 ਭਾਰਤ ਦਾ ਸੰਵਿਧਾਨ ਮੁੱਖ ਤੌਰ 'ਤੇ ਕਿਸ ਭਾਸ਼ਾ ਵਿੱਚ ਲਿਖਿਆ ਗਿਆ ਸੀ? ਏ ਹਿੰਦੀ, ਬੀ ਅੰਗਰੇਜ਼ੀ, ਸੀ ਏ ਅਤੇ ਬੀ, ਡੀ ਉਰਦੂ। ਤਾਂ ਇਸ ਦਾ ਜੋ ਆਨਸਰ ਹੈ ਆਨਸਰ ਸੀ ਦੋਵੇਂ ਏ ਅਤੇ ਬੀ। ਭਾਰਤੀ ਸੰਵਿਧਾਨ ਹਿੰਦੀ ਅਤੇ ਇੰਗਲਿਸ਼ 'ਚ ਲਿਖਿਆ ਗਿਆ ਸੀ। ਪ੍ਰਸ਼ਨ ਨੰਬਰ 27 ਭਾਰਤੀ ਸੰਵਿਧਾਨ ਕਿਸ ਦੇ ਆਧਾਰ 'ਤੇ ਘੱਟ ਗਿਣਤੀਆਂ ਦੇ ਅਨੁਪਾਤ ਨੂੰ ਮਾਨਤਾ ਦਿੰਦਾ ਹੈ? ਏ ਜਾਤੀ ਆਧਾਰ, ਬੀ ਧਰਮ ਆਧਾਰ, ਸੀ ਆਬਾਦੀ ਆਧਾਰ, ਜਾਂ ਡੀ ਇਹਨਾਂ ਵਿੱਚੋਂ ਕੋਈ ਨਹੀਂ। ਇਸ ਦਾ ਜੋ ਆਨਸਰ ਹੈ ਆਨਸਰ ਸੀ ਆਬਾਦੀ ਦਾ ਆਧਾਰ। ਪ੍ਰਸ਼ਨ ਨੰਬਰ 28 ਡੈਸ਼ ਦੇ ਅਨੁਸਾਰ ਰਾਸ਼ਟਰਪਤੀ ਨੂੰ ਸੁਪਰੀਮ ਕੋਰਟ ਤੋਂ ਸਲਾਹ ਲੈਣ ਦਾ ਅਧਿਕਾਰ ਹੈ? ਏ ਆਰਟੀਕਲ 72, ਬੀ ਆਰਟੀਕਲ 120, ਸੀ ਧਾਰਾ 143, ਡੀ ਧਾਰਾ 171। ਤਾਂ ਇਸ ਦਾ ਜੋ ਆਨਸਰ ਹੈ ਆਨਸਰ ਸੀ ਧਾਰਾ 143 ਹੈ। ਪ੍ਰਸ਼ਨ ਨੰਬਰ 29 ਭਾਰਤ ਦੇ ਸੰਵਿਧਾਨ ਵਿੱਚ ਕੁੱਲ ਡੈਸ਼ ਪੰਨੇ ਹਨ? ਏ 178, ਬੀ 210, ਸੀ 216, ਡੀ 232। ਤਾਂ ਇਸ ਦਾ ਜੋ ਆਨਸਰ ਹੈ ਆਨਸਰ ਡੀ 232 ਹੈ। ਪ੍ਰਸ਼ਨ ਨੰਬਰ 30 ਕਿਸੇ ਰਾਜ ਦੇ ਰਾਜਪਾਲ ਦੀ ਸੇਵਾ ਮੁਕਤੀ ਦੀ ਉਮਰ ਕਿੰਨੀ ਹੈ? ਏ 60 ਸਾਲ, ਬੀ 62 ਸਾਲ, ਸੀ 65 ਸਾਲ, ਡੀ ਨਿਰਧਾਰਿਤ ਨਹੀਂ ਕੀਤਾ। ਤਾਂ ਇਸ ਦਾ ਜੋ ਆਨਸਰ ਹੈ ਆਨਸਰ ਡੀ ਨਿਰਧਾਰਿਤ ਨਹੀਂ ਹੈ। ਇਸੇ ਨਾਲ ਹੀ ਅੱਜ ਦੀ ਵੀਡੀਓ ਸਾਡੀ ਇੱਥੇ ਹੀ ਸਮਾਪਤ ਹੁੰਦੀ ਹੈ। ਅਗਲੀ ਵੀਡੀਓ ਲੈ ਕੇ ਅਸੀਂ ਜਲਦ ਹੀ ਇਸੇ ਚੈਨਲ 'ਤੇ ਜਲਦ ਮਿਲਾਂਗੇ। ਧੰਨਵਾਦ ਜੀ।